Hello students, this is Deepal Singh from Apollo Academy Sangrur, and we were discussing the numericals problem of the chapter motion using equation of motion. बेटा ਜਿਹੜੀਆਂ ਅੱਜ ਪ੍ਰੋਬਲਮਸ ਆਪਾਂ ਕਰਾਂਗੇ ਉਹ ਪ੍ਰੋਬਲਮਸ ਆਪਣੀਆਂ ਸਟੋਨ ਪ੍ਰੋਬਲਮਸ ਨੇਗੀਆਂ। ਦੋ ਸਟੋਨ ਪ੍ਰੋਬਲਮਸ ਨੇ। ਸਟੋਨ ਪ੍ਰੋਬਲਮ ਕੀ ਹੁੰਦੀ ਆ ਬੇਟਾ? ਸਟੋਨ ਪ੍ਰੋਬਲਮ ਉਹ ਪ੍ਰੋਬਲਮ ਹੈ ਜਿਸ ਦੇ ਵਿੱਚ ਆਪਾਂ ਇੱਕ ਸਟੋਨ ਆਪਣੇ ਹੱਥ ਚੋਂ ਜਾਂ ਤਾਂ ਉੱਪਰ ਵੱਲ ਨੂੰ ਛੱਡਦੇ ਆ ਜਾਂ ਉੱਪਰੋਂ ਨੀਚੇ ਵੱਲ ਨੂੰ ਛੱਡਦੇ ਆ। ਇਹਦੇ ਵਿੱਚ ਬੇਟਾ ਕੀ ਇਹਦੀ ਉਹ ਕੀ ਹੈ, ਮਤਲਬ ਇਹ ਚੀਜ਼ ਕੀ ਆਪਾਂ ਇਹਦੇ ਵਿੱਚ ਦਿਮਾਗ 'ਚ ਰੱਖਣੀ ਆ, ਉਹ ਇਹ ਚੀਜ਼ ਆ ਵੀ ਜਦੋਂ ਆਪਾਂ ਨੀਚੋਂ ਸਟੋਨ ਨੂੰ ਉੱਪਰ ਵੱਲ ਨੂੰ ਸਿੱਟਦੇ ਆ ਤਾਂ ਜਦੋਂ ਹੀ ਉਹ ਆਪਣੇ ਹੱਥ ਚੋਂ ਰਿਲੀਜ਼ ਹੋਇਆ ਉਹਦੀ ਕੋਈ ਵੈਲੋਸਿਟੀ ਹੋਊਗੀ, ਉਹਦੀ ਕੋਈ ਵੈਲੋਸਿਟੀ ਹੋਊ ਕਿਉਂਕਿ ਆਪਾਂ ਰਿਲੀਜ਼ ਕਰਾਂਗੇ। ਫੋਰ ਐਗਜ਼ਾਮਪਲ ਮੈਂ ਇੱਥੋਂ ਕੋਈ ਚੌਕ ਚੱਕਿਆ, ਦਿਸ ਇਜ਼ ਦਾ ਚੌਕ, ਤੇ ਇਹ ਮੈਂ ਇੱਥੋਂ ਨੀਚੋਂ ਐਵੇਂ ਕਰਕੇ ਰਿਲੀਜ਼ ਕੀਤਾ ਉੱਪਰ ਨੂੰ, ਤਾਂ ਜਦੋਂ ਇਹ ਸ਼ੁਰੂ ਹੋਇਆ ਤਾਂ ਇਹਦੀ ਕੋਈ ਵੈਲੋਸਿਟੀ ਆ। ਉੱਪਰ ਜਾਂਦੇ ਜਾਂਦੇ ਇੱਥੇ ਆਇਆ ਹੋਊਗਾ ਉਹ ਸ਼ਾਇਦ ਮੇਬੀ, ਤਾਂ ਇੱਥੇ ਉਹ ਰੁਕ ਗਿਆ ਇੱਕ ਵਾਰ ਉਹ ਇੱਥੇ ਰੁਕ ਗਿਆ ਤੇ ਬਾਅਦ ਚੋਂ ਵਾਪਸ ਨੀਚੇ ਨੂੰ ਆਇਆ। ਇਹਦਾ ਮਤਲਬ ਉਹਦੀ ਸਰਟਨ ਵੈਲੋਸਿਟੀ ਆ। ਪਹਿਲਾਂ ਜਦੋਂ ਆਪਾਂ ਉਹਦੀ ਇਨੀਸ਼ੀਅਲ ਵੈਲੋਸਿਟੀ ਕੁਝ ਹੈਗੀ ਆ, ਉੱਪਰ ਜਾਂਦੇ ਉਹਦੀ ਇੱਕ ਫਾਈਨਲ ਵੈਲੋਸਿਟੀ ਜ਼ੀਰੋ ਹੋ ਜਾਂਦੀ ਆ। ਇਮੇਜਿਨ ਕਰਕੇ ਦੇਖੋ, ਤੁਸੀਂ ਕੋਈ ਰੋੜਾ ਉੱਪਰ ਸਿੱਟਦੇ ਹੋ ਤਾਂ ਪਹਿਲਾਂ ਤੁਹਾਡੇ ਹੱਥ ਚੋਂ ਜਦੋਂ ਰਿਲੀਜ਼ ਹੁੰਦਾ ਉਦੋਂ ਉਹਦੀ ਕੋਈ ਵੈਲੋਸਿਟੀ ਹੁੰਦੀ ਹੈ, ਤੇ ਜਦੋਂ ਉੱਪਰ ਇੱਕ ਪਾਰਟਿਕੂਲਰ ਡਿਸਟੈਂਸ ਤੇ ਚਲਾ ਜਾਂਦਾ, ਹਾਈਟ ਤੇ ਚਲਾ ਜਾਂਦਾ, ਯੂ ਕੈਨ ਸੇ, ਉਸ ਤੋਂ ਬਾਅਦ ਉਹ ਵੈਲੋਸਿਟੀ ਉਹਦੀ ਜ਼ੀਰੋ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਨੀਚੇ ਆਉਣਾ ਸ਼ੁਰੂ ਹੁੰਦਾ। ਤਾਂ ਬੇਟਾ ਜਿਵੇਂ ਹੀ ਇਹ ਉੱਪਰ ਜਾ ਰਿਹਾ, ਇਹਦਾ ਮਤਲਬ ਇਹਦੀ ਰਿਟਾਰਡੇਸ਼ਨ ਹੋ ਰਹੀ ਆ। ਜਦੋਂ ਆਪਾਂ ਨੀਚੋਂ ਕੋਈ ਚੀਜ਼ ਉੱਪਰ ਨੂੰ ਸਿੱਟ ਰਹੇ ਆ ਤਾਂ ਉਹਦੀ ਕੀ ਹੋ ਰਹੀ ਆ? ਰਿਟਾਰਡੇਸ਼ਨ। ਪਰ ਜਦੋਂ ਆਪਾਂ ਉੱਪਰੋਂ ਰਿਲੀਜ਼ ਕਰੀਏ ਇਹਨੂੰ ਨੀਚੇ ਨੂੰ, ਇਹਨੂੰ ਮੈਂ ਉੱਪਰੋਂ ਰਿਲੀਜ਼ ਕਰ ਰਿਹਾ ਨੀਚੇ, ਹੁਣ ਇੱਥੇ ਮੇਰੀ u ਜ਼ੀਰੋ ਆ, ਮੈਂ ਰਿਲੀਜ਼ ਕਰਤਾ ਨੀਚੇ। ਹੁਣ ਜਿਵੇਂ ਹੀ ਉਹ ਨੀਚੇ ਜਾ ਰਿਹਾ ਉਹ ਐਕਸਲਰੇਟ ਕਰ ਰਿਹਾ, ਤੇ ਗਰਾਊਂਡ ਤੇ ਟੱਚ ਕਰਨ ਟਾਈਮ ਉਹ ਕੋਈ ਵੈਲੋਸਿਟੀ ਅਟੇਨ ਕਰ ਜੂਗਾ। ਜਦੋਂ ਗਰਾਊਂਡ ਤੇ ਟੱਚ ਕਰੂਗਾ ਤਾਂ ਉਹ ਕੋਈ ਵੈਲੋਸਿਟੀ ਅਟੇਨ ਕਰ ਲੂ। ਆਪਾਂ ਵੈਲੋਸਿਟੀ ਕੱਢਣੀ ਆ ਗਰਾਊਂਡ ਦੇ ਜਸਟ ਟੱਚ ਕਰਨ ਤੋਂ ਪਹਿਲਾਂ, ਉਹਨੂੰ ਆਪਾਂ ਉਹਦੀ ਫਾਈਨਲ ਵੈਲੋਸਿਟੀ ਕਹਾਂਗੇ। ਇਹ ਜਿਹੜੀ ਬੇਟਾ ਉਹ ਰਿਟਾਰਡੇਸ਼ਨ ਜਾਂ ਐਕਸਲਰੇਸ਼ਨ ਕਰਦਾ ਜਦੋਂ ਆਪਾਂ ਸਟੋਨ ਸਿੱਟਦੇ ਆ ਉੱਪਰ ਨੂੰ ਜਾਂ ਨੀਚੇ ਨੂੰ ਫ੍ਰੀ ਫਾਲ ਕਰਾਉਨੇ ਆ, ਉਦੋਂ ਜਿਹੜੀ ਐਕਸਲਰੇਸ਼ਨ ਹੁੰਦੀ ਆ ਉਹ ਕਾਂਸਟੈਂਟ ਹੁੰਦੀ ਆ, ਦੈਟ ਇਜ਼ 10 ਮੀਟਰ ਪਰ ਸੈਕਿੰਡ ਸਕੁਅਰ। ਇਹਦੇ ਬਾਰੇ ਨਾ ਆਪਾਂ, ਇਹਦਾ ਨਾਮ ਹੁੰਦਾ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਕੀ ਹੁੰਦਾ ਬੇਟਾ ਜੀ? ਇਹਦਾ ਨਾਮ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੁੰਦਾ ਇਹਦਾ ਨਾਮ। ਇਹਦੇ ਬਾਰੇ ਆਪਾਂ ਗ੍ਰੈਵਿਟੇਸ਼ਨ ਚੈਪਟਰ ਦੇ ਵਿੱਚ ਜ਼ਿਆਦਾ ਗੱਲ ਕਰਾਂਗੇ, ਬਟ ਹੁਣ ਸਮਝ ਲਓ ਵੀ ਇਹ ਹੁੰਦੀ ਕੀ ਆ। ਇਟ ਇਜ਼ ਜਸਟ ਐਨ ਐਕਸਲਰੇਸ਼ਨ ਜਿਹੜੀ ਕਿ ਧਰਤੀ ਦੇ ਗ੍ਰੈਵਿਟੇਸ਼ਨ ਫੀਲਡ ਕਰਕੇ ਹੁੰਦੀ ਆ। ਜਦੋਂ ਤਾਂ ਉੱਪਰੋਂ ਨੀਚੇ ਨੂੰ ਆਊ ਉਦੋਂ ਐਕਸਲਰੇਸ਼ਨ ਦਾ ਕੰਮ ਕਰੂਗੀ, ਜਦੋਂ ਆਪਾਂ ਨੀਚੋਂ ਉੱਪਰ ਨੂੰ ਸਿੱਟਾਂਗੇ ਉਦੋਂ ਉਹ ਰਿਟਾਰਡੇਸ਼ਨ ਦਾ ਕੰਮ ਕਰੂਗੀ। ਇਹਦਾ ਮਤਲਬ ਜਦੋਂ ਆਪਾਂ ਸਟੋਨ ਨੀਚੋਂ ਉੱਪਰ ਨੂੰ ਥਰੋ ਕਰਦੇ ਆ ਉਦੋਂ ਆਪਾਂ ਐਕਸਲਰੇਸ਼ਨ ਲਵਾਂਗੇ ਮਾਈਨਸ ਚ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਲਵਾਂਗੇ ਮਾਈਨਸ ਦੇ ਵਿੱਚ, ਦਿਸ ਇਜ਼ -10 ਮੀਟਰ ਪਰ ਸੈਕਿੰਡ ਸਕੁਅਰ। ਜਦੋਂ ਆਪਾਂ ਸਟੋਨ ਉੱਪਰੋਂ ਨੀਚੇ ਫ੍ਰੀ ਫਾਲ ਕਰਾਉਨੇ ਆ ਉਦੋਂ ਆਪਾਂ ਐਕਸਲਰੇਸ਼ਨ ਲਵਾਂਗੇ ਪਲੱਸ ਦੇ ਵਿੱਚ, ਕਿਉਂਕਿ ਉਦੋਂ ਉਹਦੀ ਵੈਲੋਸਿਟੀ ਇਨਕਰੀਜ਼ ਹੋ ਰਹੀ ਹੈ। ਨੀਚੇ ਆਉਂਦੇ ਉਹਦੀ ਵੈਲੋਸਿਟੀ 10 ਮੀਟਰ ਪਰ ਸੈਕਿੰਡ ਸਕੁਅਰ ਦੇ ਹਿਸਾਬ ਨਾਲ ਇਨਕਰੀਜ਼ ਹੋ ਰਹੀ ਹੈ, ਐਕਸਲਰੇਟ ਕਰ ਰਹੀ ਹੈ ਬੋਡੀ। ਜਦੋਂ ਆਪਾਂ ਨੀਚੇ ਉੱਪਰ ਸਿੱਟਾਂਗੇ ਉਦੋਂ ਬੋਡੀ ਡੀਸਲਰੇਟ ਕਰਦੀ ਹੈ ਕਿਉਂਕਿ ਉਹਦੀ ਫਾਈਨਲ ਵੈਲੋਸਿਟੀ ਕੀ ਹੋ ਜਾਂਦੀ ਆ? ਜ਼ੀਰੋ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆ ਚੁੱਕੀ ਹੋਊਗੀ। ਇਮੇਜਿਨ ਕਰਕੇ ਜ਼ਿਆਦਾ ਸਮਝ ਆਊਗੀ। ਨੀਚੋਂ ਚੀਜ਼ ਉੱਪਰ ਸਿੱਟਦੇ ਆ ਉਦੋਂ ਕੀ ਆ, ਇੱਕ ਪਾਰਟਿਕੂਲਰ ਪੁਆਇੰਟ ਤੇ ਜਾ ਕੇ ਉਹ ਰੁਕ ਜਾਂਦੀ ਆ। ਜਦੋਂ ਆਪਾਂ ਉੱਪਰੋਂ ਚੀਜ਼ ਨੀਚੇ ਸਿੱਟਦੇ ਆ ਤਾਂ ਉਹਦੀ ਵੈਲੋਸਿਟੀ ਵੱਧਦੀ ਜਾਂਦੀ ਆ। ਇਹਦਾ ਮਤਲਬ ਨੀਚੋਂ ਉੱਪਰ ਸਿੱਟੀ ਗਈ ਚੀਜ਼ ਰਿਟਾਰਡ ਕਰੂਗੀ, ਉੱਪਰੋਂ ਨੀਚੇ ਆਉਂਦੀ ਹੋਈ ਚੀਜ਼ ਐਕਸਲਰੇਟ ਕਰੂਗੀ। ਤਾਂ ਹੀ ਆਪਾਂ ਜਦੋਂ ਨੀਚੋਂ ਉੱਪਰ ਸਿੱਟਦੇ ਆ ਬੋਡੀ ਤਾਂ ਆਪਾਂ ਕੀ ਕਹਾਂਗੇ? ਸਟੋਨ, ਤਾਂ ਰਿਟਾਰਡੇਸ਼ਨ ਕਹਾਂਗੇ -10 ਮੀਟਰ ਪਰ ਸੈਕਿੰਡ ਸਕੁਅਰ। ਜਦੋਂ ਉੱਪਰੋਂ ਨੀਚੇ ਸਟੋਨ ਨੂੰ ਫਾਲ ਕਰਾਵਾਂਗੇ ਉਦੋਂ ਆਪਾਂ ਉਹਨੂੰ ਕਹਾਂਗੇ +10 ਮੀਟਰ ਪਰ ਸੈਕਿੰਡ ਸਕੁਅਰ। ਤਾਂ ਬੇਟਾ ਮੈਂ ਸਟੇਟਮੈਂਟ ਬੋਲਦਾ, ਤੁਸੀਂ ਲਿਖੋ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਿਓ, ਬਾਕੀ ਮੈਂ ਇੱਥੇ ਸੋਲਵ ਵੀ ਕਰਾਉਂਗਾ। ਮੈਂ ਤੁਹਾਨੂੰ ਸਟੋਨ ਉੱਪਰ ਸਿੱਟਣ ਵਾਲਾ ਕੁਐਸਚਨ ਬੋਲੂੰਗਾ ਤੇ ਸਟੋਨ ਫ੍ਰੀ ਫਾਲ ਵਾਲਾ ਕੁਐਸਚਨ ਮੈਂ ਤੁਹਾਨੂੰ ਅਸਾਈਨਮੈਂਟ ਦੇ ਵਿੱਚ ਦਊਂਗਾ, ਉਹ ਤੁਸੀਂ ਆਪ ਕੱਢਣਾਗਾ। ਚੀਜ਼ ਤੁਹਾਨੂੰ ਫਰਕ ਪਤਾ ਲੱਗ ਗਿਆ ਦੋਨਾਂ 'ਚ ਕੀ ਕਰਨਾ ਆਪਾਂ। ਤਾਂ ਬੇਟਾ ਸਟੇਟਮੈਂਟ ਹੈ, a stone is thrown in vertically upward direction. A stone is thrown in vertically upward direction with the velocity of 5 meter per second. With the velocity of 5 meter per second. 5 meter per second ਦੀ velocity ਨਾਲ ਆਪਾਂ ਕੋਈ ਸਟੋਨ ਉੱਪਰ ਸਿੱਟਦੇ ਆ। ਮਤਲਬ ਜਦੋਂ ਮੇਰੇ ਹੱਥ ਚੋਂ ਛੁੱਟਿਆ ਉਦੋਂ ਉਹਦੀ velocity ਕਿੰਨੀ ਸੀ? 5 meter per second ਸੀਗੀ। ਠੀਕ ਹੈ ਜੀ। If the acceleration of stone
ड्यूरिंग दिस मोशन इज 10 मीटर पर सेकंड स्क्वायर इन डाउनवर्ड डायरेक्शन ऑब्वियसली एक्सेलरेशन ड्यू टू ग्रेविटी आ ਉਹ ਹਨਾ डाउनवर्ड डायरेक्शन 'ਚ ਹੀ ਕੰਮ ਕਰੂਗੀ ਉਹ ਤਾਂ ਕਰਕੇ ਉਹ ਸਟੋਨ ਨੂੰ ਰੋਕੂਗੀ ਉਹਨੂੰ ਉੱਪਰ ਨਹੀਂ ਭੇਜੂਗੀ ਉਹਨੂੰ ਰੋਕੂ ਉਹਦੀ ਵੈਲੋਸਿਟੀ ਘਟਾਊਗੀ 10 मीटर per second square in downward direction what will be the height attained by the stone and how much time will it take ਠੀਕ ਹੈ ਕਹਿੰਦਾ ਕਿੰਨੀ ਹਾਈਟ ਅਟੇਨ ਕਰ ਜੂਗਾ ਉਹ ਤੇ ਕਿੰਨਾ ਟਾਈਮ ਉਹ ਹਾਈਟ ਅਟੇਨ ਕਰੀ ਜਾਊ ਮਤਲਬ ਜਿੰਨਾ ਟਾਈਮ ਉਹਦੀ ਫਾਈਨਲ ਵੈਲੋਸਿਟੀ ਜ਼ੀਰੋ ਨਹੀਂ ਹੁੰਦੀ ਉਹ ਕਿੰਨਾ ਟਾਈਮ ਲਾਈ ਜਾਊਗਾ ਉੱਥੇ ਠੀਕ ਹੈ ਟਾਈਮ ਪੀਰੀਅਡ ਦਾ ਇੱਥੇ ਮਤਲਬ ਕੀ ਆ ਵੀ ਆਪਾਂ 5 ਮੀਟਰ ਪਰ ਸੈਕਿੰਡ ਨਾਲ ਛੱਡਿਆ ਉੱਪਰ ਜਾਂਦਾ ਜਾਂਦਾ ਕਿੰਨੀ ਹਾਈਟ ਤੱਕ ਉਹ ਜ਼ੀਰੋ ਵੈਲੋਸਿਟੀ ਹੋ ਜਾਂਦੀ ਹੈ ਉਹਦੀ ਫਾਈਨਲ ਵੈਲੋਸਿਟੀ ਕੀ ਹੋ ਜੂ ਜ਼ੀਰੋ ਹੋ ਜੂ ਕਿਉਂਕਿ ਰੁਕ ਜੂਗਾ ਇੱਕ ਪੁਆਇੰਟ ਤੇ ਜਾ ਕੇ ਆਪਾਂ ਉਹ ਰੁਕੇ ਨੂੰ ਇਮੇਜਿਨ ਕਰ ਲੈਣਾ ਵੀ ਹਾਂ ਇੱਥੇ ਆ ਕੇ ਉਹ ਰੁਕ ਗਿਆ ਸੀ ਉਸ ਤੋਂ ਬਾਅਦ ਉਹ ਨੀਚੇ ਆ ਰਿਹਾ ਉਹ ਆਪਾਂ ਇਮੇਜਿਨ ਨਹੀਂ ਕਰਨਾ ਉਹ ਚੀਜ਼ ਆਪਾਂ ਇਮੇਜਿਨ ਨਹੀਂ ਕਰਨੀ ਹਾਂ ਉਹ ਚੀਜ਼ ਆਪਾਂ ਇਮੇਜਿਨ ਕਰਾਂਗੇ ਜੇ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਜਾਊਗਾ ਉਦੋਂ ਜਿਹੜੇ ਉਹ ਕੁਐਸਚਨ ਹੋਣਗੇ ਉਹ ਗ੍ਰੈਵਿਟੇਸ਼ਨ ਚੈਪਟਰ ਚ ਆਉਣਗੇ ਬੇਟਾ ਠੀਕ ਹੈ ਤਾਂ ਆਪਾਂ ਨੀਚੋਂ 5 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਨਾਲ ਉੱਪਰ ਸਿੱਟਿਆ ਡੀਸੈਲਰੇਟ ਕੀਤਾ ਉਹ ਕਿੰਨਾ ਐਕਸਲਰੇਸ਼ਨ ਆ ਗਈ -10 ਮੀਟਰ ਪਰ ਸੈਕਿੰਡ ਸਕੁਅਰ ਉੱਪਰ ਜਾਂਦਾ ਉਹਦੀ ਵੈਲੋਸਿਟੀ ਹਾਈਟ ਤੇ ਜ਼ੀਰੋ ਹੋ ਗਈ ਆਪਾਂ ਪਹਿਲਾਂ ਤਾਂ ਉਹ ਹਾਈਟ ਕੱਢਣੀ ਆ ਕੀ ਕੱਢਣੀ ਆ ਹਾਈਟ ਕੱਢਣੀ ਆ ਦੂਸਰੀ ਚੀਜ਼ ਆਪਾਂ ਕੀ ਕੈਲਕੂਲੇਟ ਕਰਨਾ ਉਹ ਟਾਈਮ ਜਿਹਦੇ ਵਿੱਚ ਉਹਦੀ ਉਨੀ ਹਾਈਟ ਹੋਗੀ ਤੇ ਉਹਦੀ ਫਾਈਨਲ ਵੈਲੋਸਿਟੀ ਕੀ ਹੋਗੀ ਜ਼ੀਰੋ ਤਾਂ ਚਲੋ ਬੇਟਾ ਆਪਾਂ ਇਹਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਗਿਵਨ ਸੀਗਾ ਉਹ ਬੇਟਾ ਮੇਰੇ ਕੋਲ ਹੈ ਗਿਵਨ इनिशियल वेलोसिटी मतलब u 5 मीटर पर सेकंड acceleration is -10 मीटर per second square why minus because it is retardation क्योंकि ऊपर जाते जाते वेलोसिटी बढ़ नहीं रही घट रही है ठीक है जी फाइंड आउट की करना एक तो आप एक v भी आपको गिवन 0 मीटर पर सेकंड ਹੁਣ ਤੁਸੀਂ ਕਹੋਗੇ ਸਰ v ਦੇ ਬਾਰੇ ਉਹਨੇ ਗੱਲ ਨਹੀਂ ਕੀਤੀ ਪਰ ਉਹਨੇ ਗੱਲ ਤਾਂ ਕਰ ਲਈ ਨਾ ਕੀ ਗੱਲ ਕੀਤੀ ਉਹ ਕਿੰਨੀ ਹਾਈਟ ਅਟੇਨ ਕਰੂਗਾ ਹਾਈਟ ਅਟੇਨ ਕਰਨ ਦਾ ਮਤਲਬ ਕਿੱਥੇ ਤੱਕ ਜਾਂਦੇ ਜਾਂਦੇ ਉਹਦੀ ਵੈਲੋਸਿਟੀ ਜ਼ੀਰੋ ਹੋ ਜੂਗੀ ਉਨੀ ਹਾਈਟ ਅਟੇਨ ਕਰੂਗਾ ਮੰਨ ਲਓ ਮੈਂ ਇੱਥੋਂ ਸਿੱਟਿਆ ਤੇ ਇੱਥੇ ਆ ਕੇ ਉਹਦੀ ਵੈਲੋਸਿਟੀ ਜ਼ੀਰੋ ਹੋ ਗਈ ਮੈਕਸਿਮਮ ਹਾਈਟ ਉਹ ਇੰਨੀ ਅਟੇਨ ਕਰ ਰਿਹਾਗਾ ਤਾਂ ਉੱਥੇ v ਵੀ ਆਪਾਂ ਨੂੰ ਉਹਨੇ ਗਿਵਨ ਕਰਤੀ ਫਾਈਂਡ ਕੀ ਕਰਨਾ ਹਾਈਟ ਕੀ ਹੈ ਹਾਈਟ ਇਜ਼ ਨਥਿੰਗ ਹਾਈਟ ਇਜ਼ ਅ ਵਰਟੀਕਲ ਡਿਸਟੈਂਸ फाइंड आउट ਆਪਾਂ डिस्टेंस ਕਰਨਾ ਟਿਪੀਕਲੀ ਠੀਕ ਹੈ ਜੀ ਤੇ ਟਾਈਮ ਕਰਨਾ ਵੀ ਕਿੰਨੇ ਟਾਈਮ ਚ ਉਹਦੀ ਵੈਲੋਸਿਟੀ ਜ਼ੀਰੋ ਹੋਊਗੀ ਤਾਂ ਇਹ ਚੀਜ਼ਾਂ ਆਪਾਂ ਫਾਈਂਡ ਆਊਟ ਕਰਨੀਆਂ ਨੇ ਬੇਟਾ ਜੀ ਚਲੋ ਆਪਾਂ ਲਾਉਣੇ ਆ ਇਕੁਏਸ਼ਨ ਆਫ ਮੋਸ਼ਨ ਕਿਹੜੀ ਲਾਉਂਗੇ s ut + ½ at ਸਕੁਅਰ ਲਾ ਲੈਂਦੇ ਆ ਆਪਣੇ ਕੋਲ s ਨਿਕਲ ਆਊਗਾ ਚਲੋ ਲਗਾਈਏ s ut + ½ at square s is vertical height ਇੱਥੇ ਠੀਕ ਹੈ ਇਹਨੂੰ h ਕਹਿ ਦਿੰਦੇ ਨੇ ਕਈ ਵਾਰ ਆਪਾਂ h ਲਿਖ ਦਿੰਦੇ ਆ ਕੋਈ ਗੱਲ ਨਹੀਂ u is 5 meter per second t ਨਹੀਂ ਹੈਗਾ ਇਹ ਫਾਰਮੂਲਾ ਨਹੀਂ ਲੱਗੂਗਾ ਕਿਹੜਾ ਲਾਵਾਂਗੇ ਫਿਰ v square - u square = 2as ਲਾਵਾਂਗੇ ਦੇਖਿਆ ਹਮੇਸ਼ਾ ਉਹ ਫਾਰਮੂਲਾ ਹੀ ਲੱਗਦਾ ਜਿਹੜਾ ਡਾਇਰੈਕਟ ਪਿਆ ਹੋਵੇ ਕਈ ਵਾਰ ਆਪਾਂ ਨੂੰ ਇਨਡਾਇਰੈਕਟ ਫਾਰਮੂਲੇ ਚੋਂ ਕੱਢਣਾ ਪੈਂਦਾ ਹੁਣ ਇਹ ਥਰਡ ਇਕੁਏਸ਼ਨ ਆਫ ਮੋਸ਼ਨ ਲੱਗੂ v square is 0 square minus 5 square is equal to 2 into minus 10 into s is what height h चलो जी minus 25 is equal to देखो 0 हो गया माइनस का माइनस 5 का स्क्वायर 25 हो गया minus 20 into h तो बेटा h की आ जाऊगा h comes to be -25 by -20 माइनस ना माइनस कैंसिल आउट हो गया 25 by 20 comes to be 5/4 मीटर जब तुम इसको कैलकुलेट करोगे इट विल बी लाइक 1.2 समथिंग है ना तो 1.2 समथिंग 1.25 मीटर आ जाऊगा 1.25 मीटर मतलब मेरे हाथ तो जिथों मैं रिलीज किया उथों वो 1.25 मीटर ते गया मतलब उथों वो 1.25 मीटर ते चला गया फॉर एग्जांपल जे मैं इथों ਉਹਨੂੰ ਰਿਲੀਜ਼ ਕੀਤਾ ਤਾਂ ਜਿੱਥੇ ਤੱਕ ਉਹਦੀ ਵੈਲੋਸਿਟੀ 0 ਹੋਈ ਉਹ ਇੱਥੇ ਤੱਕ
ठीक है, ਜਿਹੜਾ ਇਹ ਡਿਸਟੈਂਸ ਆ ਉਹਨੇ ਇਹ ਹਾਈਟ ਪੁੱਛੀ ਆ ਆਪਣੀ, ਠੀਕ ਹੈ ਜੀ। ਹੁਣ ਕੁਝ ਟਾਈਮ ਵੀ ਲੱਗਿਆ ਹੋਇਆ ਇਹਨੂੰ ਉੱਪਰ ਤੱਕ ਜਾਂਦੇ ਜਾਂਦੇ, ਉਹ ਟਾਈਮ ਪੀਰੀਅਡ ਵੀ ਆਪਾਂ ਕੈਲਕੂਲੇਟ ਕਰਨਾ। ਉਹ ਟਾਈਮ ਪੀਰੀਅਡ ਆਪਾਂ ਕਿਹਚੋਂ ਕੈਲਕੂਲੇਟ ਕਰਾਂਗੇ, ਕਿਹੜੇ ਚੋਂ ਕਰ ਸਕਦੇ ਹੋ ਤੁਸੀਂ? v is equal to u plus at ਚੋਂ ਕਰ ਸਕਦੇ ਹੋ, ਬਹੁਤ ਸਿੰਪਲ ਹੈ। s is equal to ut plus half at ਚੋਂ ਵੀ ਕਰ ਸਕਦੇ ਆ, ਉਹ ਥੋੜਾ ਕੰਪਲੈਕਸ ਹੋ ਜਾਊਗਾ। ਚਲੋ ਟਾਈਮ ਪੀਰੀਅਡ ਲਈ v is equal to u plus at ਲਗਾ ਦਿੰਦੇ ਆਪਾਂ। v ਕੀ ਹੈ 0 ਹੈ, u ਕਿੰਨਾ ਬੇਟਾ ਆਪਣੇ ਕੋਲ 5 प्लस a कितना -10 into t, ਤੇ ਆ ਗਿਆ -5 ਆ ਗਿਆ, ਠੀਕ ਹੈ, ਕਿਉਂਕਿ 0 ਆ प्लस ਦਾ 0 ਇੱਥੇ ਆ ਕੇ -5 is equal to माइनस प्लस माइनस हो गया -10 t, -5 is equal to -10 t, तो t comes to be कितना आ गया -5 by -10, 1/2 सेकंड आ गया। एक ही आ गया, आधे सेकंड दे विच वो इस तक पहुंच गया, ठीक है जी। तो दिस कम टू बी 1/2 सेकंड, मतलब हाफ सेकंड, ठीक है। ये बेटा स्टोन ਨੂੰ ਅਪ ਥਰੋ ਕੀਤਾ ਆਪਾਂ। मैं एक असाइनमेंट ਦੇ ਵਿੱਚ ਕੁਐਸਚਨ ਪਾਉਂਗਾ ਜਿਹਦੇ ਵਿੱਚ ਆਪਾਂ ਸਟੋਨ ਨੂੰ ਅਪ ਨਹੀਂ ਕਰਾਂਗੇ, ਆਪਾਂ ਸਟੋਨ ਨੂੰ ਉੱਪਰੋਂ ਨੀਚੇ ਛੱਡਾਂਗੇ ਇਸ ਤਰ੍ਹਾਂ, ਠੀਕ ਹੈ। ਇਹਦਾ ਮਤਲਬ ਕੀ ਆ, ਪਹਿਲਾਂ u0 ਹੋਊਗੀ, ਫਿਰ ਕੀ ਹੋਊ, ਉਹ ਐਕਸਲਰੇਟ ਕਰੂਗਾ ਨੀਚੇ ਨੂੰ, ਮਤਲਬ ਇੱਥੇ ਤੁਸੀਂ ਐਕਸਲਰੇਸ਼ਨ -10 ਨਹੀਂ ਲੈਣੀ, +10 ਲੈਣੀ ਆ, ਠੀਕ ਹੈ। ਤੇ ਨੀਚੇ ਜਾਂਦਾ ਜਾਂਦਾ ਕੋਈ ਵੈਲੋਸਿਟੀ ਅਟੇਨ ਕਰ ਲੂਗਾ, ਤਾਂ ਉਹ ਵੀ ਆਪਾਂ ਕੈਲਕੂਲੇਟ ਕਰਨੀ ਹੋਊ ਵੀ ਗਰਾਊਂਡ ਤੇ ਟੱਚ ਕਰਨ ਤੋਂ ਪਹਿਲਾਂ ਉਹਦੀ ਵੈਲੋਸਿਟੀ ਕਿੰਨੀ ਹੋਊ। ਹਾਂ, ਉਹਨੇ ਆਪਾਂ ਨੂੰ ਇਹ ਜ਼ਰੂਰ ਦੱਸੂਗਾ ਉਸ ਕੁਐਸਚਨ ਦੇ ਵਿੱਚ ਕਿ ਤੁਸੀਂ ਕਿੰਨੀ ਹਾਈਟ ਤੋਂ ਛੱਡ ਰਹੇ ਹੋ, ਉਹ ਹਾਈਟ ਕੀ ਹੋਗੀ, ਫਿਰ ਡਿਸਟੈਂਸ ਹੋ ਗਿਆ। ਤਾਂ ਉਹਦੇ ਵਿੱਚ ਆਪਾਂ ਟਾਈਮ ਤੇ ਵੈਲੋਸਿਟੀ ਕੱਢਣੀ ਹੋ, ਫਾਈਨਲ ਵੈਲੋਸਿਟੀ, ਉਹ ਕੈਲਕੂਲੇਟ ਕਰਨੀ ਈਜ਼ੀ ਆ, ਠੀਕ ਹੈ। ਤਾਂ ਉਹ ਮੈਂ ਤੁਹਾਨੂੰ ਨੂਮੈਰੀਕਲ ਪਾਉਂਗਾ ਅਸਾਈਨਮੈਂਟ ਦੇ ਵਿੱਚ। ठीक है जी, चलो बेटा नेक्स्ट आ जाओ। ਹੁਣ ਇੱਕ ਨਾ ਥੋੜਾ ਜਿਹਾ ਐਨਸੀਈਆਰਟੀ ਦਾ ਹੀ ਨੂਮੈਰੀਕਲ ਆ, ਸਟੇਟਮੈਂਟ ਥੋੜੀ ਜਿਹੀ ਵੱਡੀ ਆ ਪਰ ਮਤਲਬ ਇੰਟਰਸਟਿੰਗ ਹੈ। ਗ੍ਰਾਫੀਕਲ ਮੈਥਡ ਨਾਲ ਕੱਢਣਾ ਆਪਾਂ, ਠੀਕ ਹੈ। ਗ੍ਰਾਫ ਆਪਾਂ ਹੀ ਬਣਾਉਣਾ ਤੇ ਤੁਹਾਨੂੰ ਪਤਾ ਗ੍ਰਾਫ 'ਚ ਡਿਸਟੈਂਸ ਕਿਵੇਂ ਕੱਢੀਦਾਗਾ, ਏਰੀਆ ਅੰਡਰ ਕਰਵ ਕਰਕੇ, ਹਨਾ। ਤਾਂ ਉਹ ਗ੍ਰਾਫ ਵੈਲੋਸਿਟੀ ਦੇ ਟਾਈਮ ਦਾ ਹੀ ਹੋਊਗਾ। ਚਲੋ ਮੈਂ ਸਟੇਟਮੈਂਟ ਬੋਲਦਾ, ਕਹਿੰਦਾ ਅ ਡਰਾਈਵਰ ਆਫ ਕਾਰ A, ਕੋਈ A ਕਾਰ ਆ, ਉਹਦਾ ਡਰਾਈਵਰ ਹੈਗਾ, ਮਤਲਬ ਦੋ ਕਾਰਸ ਨੇ ਬੇਸਿਕਲੀ। A driver of car A traveling at 52 km per hour, ਜਦੋਂ 52 km per hour traveling ਹੈ, ਇਹਦਾ ਮਤਲਬ u given ਆਪਾਂ ਨੂੰ for car A, for car A u is equal to 52 km per hour। ਆਪਣੀ ਕੀ ਮਜਬੂਰੀ ਆ, ਆਪਾਂ ਨੂੰ ਇਹਨੂੰ ਕੀ ਚ ਕਨਵਰਟ ਕਰਨਾ ਪਊ ਬੇਟਾ, ਮੀਟਰ ਪਰ ਸੈਕਿੰਡ ਦੇ ਵਿੱਚ, ਉਹ ਆ ਜਾਊਗਾ 14.4 ਮੀਟਰ ਪਰ ਸੈਕਿੰਡ, ਠੀਕ ਹੈ ਜੀ। ਨੈਕਸਟ ਕੀ ਕਹਿ ਰਿਹਾ ਉਹ, ਅਪਲਾਈਜ਼ ਬ੍ਰੇਕਸ, ਬ੍ਰੇਕ ਅਪਲਾਈ ਕਰ ਰਿਹਾ, ਬ੍ਰੇਕ ਅਪਲਾਈ ਕਰ ਰਿਹਾ ਮਤਲਬ ਵੈਲੋਸਿਟੀ ਉਹਦੀ ਘਟੂਗੀ, ਠੀਕ ਹੈ। ਮਤਲਬ ਜਿਹੜੀ ਕਰਵ ਆਊਗੀ ਐਕਸਲਰੇਸ਼ਨ ਕਰਵ, ਉਹ ਸਟੀਪ ਡਾਊਨਵਰਡ ਆਊਗੀ, ਕਿਉਂਕਿ ਆਪਾਂ ਨੂੰ ਪਤਾ ਜਿਹੜੀ ਰਿਟਾਰਡੇਸ਼ਨ ਦੀ ਕਰਵ ਹੁੰਦੀ ਆ ਉਹ ਡਾਊਨਵਰਡ ਹੁੰਦੀ ਆ, ਹਨਾ। ਬ੍ਰੇਕਸ ਐਂਡ ਐਕਸਲਰੇਟ ਯੂਨੀਫਾਰਮਲੀ ਇਨ ਦਾ ਆਪੋਜ਼ਿਟ ਡਾਇਰੈਕਸ਼ਨ, ਠੀਕ ਹੈ ਜੀ। ਐਕਸਲਰੇਟ ਕਰ ਰਿਹਾ, ਯੂਨੀਫਾਰਮਲੀ ਕਰ ਰਿਹਾ, ਮਤਲਬ ਸਟ੍ਰੇਟ ਲਾਈਨ ਹੀ ਉਹ, ਸਿੰਪਲ ਉਹਨੇ ਆਪਾਂ ਨੂੰ ਦੱਸਤਾ। ਦ ਕਾਰ ਸਟਾਪ ਇਨ 5 ਸੈਕਿੰਡ, ਕਿੰਨੇ ਟਾਈਮ ਸਟਾਪ ਕਰ ਗਈ, 5 ਸੈਕਿੰਡ ਦੇ ਵਿੱਚ। ਟਾਈਮ taken to stop 5 सेकंड। ब्रेक अप्लाई कीते ने, ब्रेक अप्लाई कीते ने ना, इनू एज अ हिंट लिखो भी क्योंकि रिटार्डेशन होगी ਇਹਦੇ ਵਿੱਚ, ठीक है जी। ਇਹ ਗੱਲ ਇਹ ਹੋਗੀ, stops in 5 सेकंड। another driver B going at 34 km per hour, कोई ਹੋਰ ਡਰਾਈਵਰ ਵੀ ਆ, B ਡਰਾਈਵਰ, for driver B u is 34 km per hour, ਤੇ ਇੱਥੋਂ ਆਪਾਂ ਮੀਟਰ ਪਰ ਸੈਕਿੰਡ ਦੇ ਵਿੱਚ ਕੱਢ ਲਾਂਗੇ ਬੇਟਾ 9.4 ਮੀਟਰ ਪਰ ਸੈਕਿੰਡ ਆ ਗਿਆ, ਠੀਕ ਹੈ। another car applies brake and stop in 10 second, 10 ਸੈਕਿੰਡ ਤੇ ਸਟਾਪ ਕਰ ਜਾਂਦਾ, ਮਤਲਬ ਉਹਨੂੰ ਰੁਕਦੇ ਰੁਕਦੇ ਨੂੰ ਕਿੰਨਾ ਟਾਈਮ ਲੱਗ ਗਿਆ। ਇਹ ਵੀ ਅਪਲਾਈ ਬ੍ਰੇਕ ਕਰਦਾ, ਕੀ ਕਰਦਾ ਬੇਟਾ ਜੀ, ਅਪਲਾਈ ਬ੍ਰੇਕਸ, ਸਟਾਪ ਇਨ ਟਾਈਮ ਟੇਕਨ ਟੂ ਸਟਾਪ, ਹੈ ਨਾ। टेन सेकंड, 10 सेकंड ਦੇ ਵਿੱਚ ਸਟਾਪ ਹੋ ਗਿਆ, ਠੀਕ ਹੈ ਜੀ। ਔਨ ਦ ਸੇਮ ਗ੍ਰਾਫ ਪੇਪਰ, ਉਹ ਕਹਿ ਰਿਹਾ ਹੁਣ ਆਪਾਂ ਨੂੰ, ਕਹਿੰਦਾ ਕੁਐਸਚਨ ਸ਼ੁਰੂ ਹੋ ਰਿਹਾ ਇੱਥੋਂ,
On the same graph paper plot the speed versus time graph, speed versus time graph plot करो ਇੱਕੋ ਹੀ graph paper ਤੇ for the two cars, ਦੋਨਾਂ ਕਾਰਾਂ ਦਾ, ਠੀਕ ਹੈ ਜੀ। which of two cars travel further after brake were applied, ਕਿਹੜੀ ਕਾਰ ਆ ਕਹਿੰਦਾ ਉਹ ਜ਼ਿਆਦਾ ਦੂਰੀ ਤੈਅ ਕੀਤੀ ਬ੍ਰੇਕ ਅਪਲਾਈ ਕਰਨ ਤੋਂ ਬਾਅਦ, ਕਿਹੜੀ ਕਾਰ ਨੇ। ਤਾਂ ਪਹਿਲਾਂ ਤਾਂ ਉਹਨੇ ਆਪਾਂ ਨੂੰ ਗੱਲ ਕੀ ਕਹੀ, ਗ੍ਰਾਫ ਡਰਾ ਕਰੋ। ਗ੍ਰਾਫ ਇੱਕ ਤੇ ਹੀ ਡਰਾ ਕਰਨਾ, ਜੇ ਇੱਕ ਤੇ ਡਰਾ ਕਰਨਾ ਕੋਈ ਗੱਲ ਨਹੀਂ, ਮੈਂ ਵੈਲੋਸਿਟੀ ਟਾਈਮ ਗ੍ਰਾਫ ਲੈ ਲੈਣਾ। ਸ਼ੁਰੂ ਕਰਦੇ ਆਪਾਂ, ਟਾਈਮ ਇਜ਼ ਸੈਕਿੰਡ, ਇੱਥੇ ਵੈਲੋਸਿਟੀ ਜਾਂ ਸਪੀਡ ਇਨ ਮੀਟਰ ਪਰ ਸੈਕਿੰਡ, ਠੀਕ ਹੈ ਬੇਟਾ। 1 2 3 4 5 6 7 8 11 12 13 14 15 16 ਮੈਂ 16 ਲਾਇਆ ਨਾ ਕਿਉਂਕਿ ਆਪਾਂ ਨੂੰ ਇੱਥੇ 10 ਚਾਹੀਦਾ, ਇੱਥੇ 5 ਚਾਹੀਦਾ, ਉਹਦਾ ਕੋਈ ਇਸ਼ੂ ਨਹੀਂ। 5 ਇਹਦੇ ਵਿੱਚ ਕਵਰ ਹੋ ਜੂ, 10 ਵੀ ਇਹਦੇ ਵਿੱਚ ਕਵਰ ਹੋ ਜੂ, ਮੈਂ ਥੋੜਾ ਜ਼ਿਆਦਾ ਲੈ ਲਿਆ, ਠੀਕ ਹੈ। ਇੱਥੋਂ ਆਪਾਂ ਵੈਲੋਸਿਟੀ ਲੈਣਾ ਬੇਟਾ 1 2 3 4 5 6 7 8 9 10 11 12 14 15 16 है भी, मैं 16 लेना, ठीक है। नंबर दे दो 1 2 3 4 5 6 7 8 9 10 11 12 13 14 15 16 1 2 3 4 5 6 7 8 9 10 11 13 14 15 16। ਹੁਣ ਪਹਿਲਾਂ ਆਪਾਂ ਗ੍ਰਾਫ ਫॉर A ਬਣਾ ਰਹੇ ਹਾਂ, यूनिफॉर्मली डिसेलेरेट कर रहे हैं ना, 14.4 मीटर पर सेकंड, मतलब 14 आ गया, 14.4 समथिंग लाइक ਇੱਥੇ ਜੇ ਹੋਊਗਾ। ਇੱਥੋਂ ਕਿੰਨੇ ਟਾਈਮ ਦੇ ਵਿੱਚੋਂ 0 ਤੇ ਆ ਗਿਆ, ਕਿੰਨੇ ਟਾਈਮ ਦੇ ਵਿੱਚੋਂ ਸਟਾਪ ਕਰ ਗਿਆ, 5 ਸੈਕਿੰਡ ਦੇ ਵਿੱਚ ਸਟਾਪ ਕਰ ਗਿਆ। ਮਤਲਬ ਇਹਦਾ ਜਿਹੜਾ ਗ੍ਰਾਫ ਆ ਉਹ ਦੋ ਪੁਆਇੰਟਸ ਨੂੰ ਮਿਲਾ ਲਓ। ਦਿਸ ਇਜ਼ ਫॉर ਕਾਰ A, ਕਾਰ A। B ਕਾਰ ਕੀ ਕਹਿ ਰਿਹਾ, B ਕਾਰ ਕਹਿ ਰਿਹਾ ਹੈ 9.4 मीटर पर सेकंड है, 9.4 फॉर एग्जांपल इत्थों जो शुरू हो जाऊगा बेटा 9 ਤੇ 10 ਦੇ ਵਿੱਚ ਜੇ, ਤੇ ਕਿੰਨੇ ਸੈਕਿੰਡ ਦੇ ਵਿੱਚ ਉਹਦੀ ਵੈਲੋਸਿਟੀ ਸਟਾਪ ਕਰ ਗਿਆ, ਉਹ 10 ਸੈਕਿੰਡ ਦੇ ਵਿੱਚ, ਮਤਲਬ ਇਹ ਪੁਆਇੰਟ ਆ ਤਾਂ 10 ਸੈਕਿੰਡ ਦੇ ਵਿੱਚ ਉਹ ਸਟਾਪ ਕਰ ਗਿਆ। ਤਾਂ ਇਹ ਦੋ ਚੀਜ਼ਾਂ ਤਾਂ ਹੋ ਗਈਆਂ, ਇਹ ਕਾਰ B ਹੋ ਗਈ। ਇੱਕੋ ਹੀ ਗ੍ਰਾਫ ਪੇਪਰ ਤੇ ਆਪਣੇ ਕੋਲ ਗ੍ਰਾਫ ਬਣ ਗਿਆ। ਹੁਣ ਉਹ ਕਹਿ ਰਿਹਾ ਕਿਹੜੀ ਕਾਰ ਨੇ ਜ਼ਿਆਦਾ ਡਿਸਟੈਂਸ ਕਵਰ ਕੀਤਾ, ਆਬਵੀਅਸਲੀ स्पीड टाइम ग्राफ है, की है बेटा स्पीड टाइम ग्राफ, डिस्टेंस ऑफ कार A कर देंगे अपना, S इज इक्वल टू हाफ इनटू एरिया, हाफ इनटू बेस इनटू परपेंडिकुलर, बेस कितना फॉर कार A, S A कर देंगे और 5 14.4 डिस्टेंस बाय B कितना होगा बेटा, हाफ इनटू 10 इनटू 9.4। ਤੁਸੀਂ ਕੈਲਕੂਲੇਟ ਕਰਕੇ ਦੱਸਿਓ ਕਿਹਨੇ ਜ਼ਿਆਦਾ ਡਿਸਟੈਂਸ ਕਵਰ ਕੀਤਾ, ਠੀਕ ਹੈ ਜੀ। ਹਾਂ ਇੱਕ ਚੀਜ਼ ਹੋਰ ਕੈਲਕੂਲੇਟ ਕਰਿਓ, ਐਕਸਲਰੇਸ਼ਨ ਆਫ ਕਾਰ A ਤੇ ਐਕਸਲਰੇਸ਼ਨ ਆਫ ਕਾਰ B। ਹੁਣ ਮੈਂ ਇੱਥੇ ਐਕਸਲਰੇਸ਼ਨ ਬੋਲਿਆ ਤਾਂ ਤੁਹਾਡਾ ਆਨਸਰ ਮਾਈਨਸ ਚ ਆਉਣਾ ਚਾਹੀਦਾ, ਠੀਕ ਹੈ। ਕਿਉਂ ਆਉ ਮਾਈਨਸ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੈ ਡੀਸੈਲਰੇਟ ਕਰ ਰਹੇ ਨੇ, ਐਕਸਲਰੇਟ ਤਾਂ ਕਰ ਹੀ ਨਹੀਂ ਰਹੇ। ਜੇ ਐਕਸਲਰੇਸ਼ਨ ਮੈਂ ਕਾਰ A ਦੀ ਕੱਢ ਕੇ ਦਿਖਾਣਾ, B ਦੀ ਤੁਸੀਂ ਮੈਨੂੰ ਕੱਢ ਕੇ ਦਿਓ। ਐਕਸਲਰੇਸ਼ਨ ਆਫ ਕਾਰ A ਪੈਰ ਚ ਪਾਤਾ, ਹਾਂਜੀ ਬੇਟਾ ਕਿੰਨੀ ਵੈਲੋਸਿਟੀ ਸੀ ਉਹਦੀ, ਇਨੀਸ਼ੀਅਲ ਵੈਲੋਸਿਟੀ ਸੀ ਉਹਦੀ 14.4, ਫਾਈਨਲ ਵੈਲੋਸਿਟੀ ਹੋਗੀ 0 minus 14.4 in how much time, चेंज इन टाइम कितना बेटा 5 सेकंड, 5 minus 0, ठीक है। ਤਾਂ ਇਹ ਆ ਗਿਆ 14.4 minus by 5, 144/50 मीटर पर सेकंड स्केयर, इन कैलकुलेट कर लो। आ गया ना मुझे माइनस, ये माइनस क्यों आया, माइनस ਤਾਂ आया क्योंकि बॉडी डिसैलरेट कर रही है ਤੇ ਆਪਣੇ ਕੋਲ यूनिफॉर्मली डिसैलरेट कर रही है, ठीक है। ਤਾਂ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੈ। नेक्स्ट न्यूमेरिकल लिखो बेटा, नेक्स्ट न्यूमेरिकल इज, ये बड़ा इंपॉर्टेंट न्यूमेरिकल है, ठीक है। ये एनसीईआरटी का थोड़ा एक्सरसाइज का न्यूमेरिकल है। वो कह रहा है अब्दुल वाइल ड्राइविंग टू स्कूल, अब्दुल कोई बच्चा है वो स्कूल वाल नूं जा रहा है, कंप्लीट्स द एवरेज स्पीड फॉर हिज ट्रिप टू बी 20 किलोमीटर पर आवर। कहना जो स्कूल वाल नूं जा रहा अपने होम तो ਉਹਦੀ ਐਵਰੇਜ ਸਪੀਡ 20 किलोमीटर पर आवर आ रही है, तो ਉਹਦੀ ਐਵਰੇਜ स्पीड कितनी आ रही है
20 किलोमीटर पर आवर। ठीक है जी। सेकंड, ऑन हिज रिटर्न ट्रिप अलोंग द सेम रूट, सेम रूट आ रहा, वापस आ रहा, सेम रूट ते आ रहा है, मतलब ਜਿਹੜੇ रूट तो गया ਉਹੀ रूट तो वापस आ रहा, मतलब डिस्टेंस नहीं चेंज हो रहा, जिन्ना डिस्टेंस ਉਹ ਜਾਣ ਤੇ ਗਿਆ ਉਨਾ ਹੀ डिस्टेंस वापस आने ਤੇ आया ਉਹਦਾ रूट। देयर इज लेस ट्रैफिक एंड द एवरेज स्पीड इज 30 किलोमीटर पर आवर, ਉਹਦੀ ਆਉਣ ਦੀ ਐਵਰੇਜ ਸਪੀਡ ਕਿੰਨੀ ਆ 30 ਕਿਲੋਮੀਟਰ ਪਰ ਆਵਰ। ਹੁਣ ਕੀ ਕਹਿ ਰਿਹਾ ਉਹ, व्हाट इज द एवरेज स्पीड फॉर अब्दुल्स ट्रिप, ਅਬਦੁਲ ਦੇ ਪੂਰੇ ਟ੍ਰਿਪ ਦੀ ਮਤਲਬ ਜਾਣ ਦੀ ਤੇ ਵਾਪਸ ਆਉਣ ਦੀ ਐਵਰੇਜ ਸਪੀਡ ਕਿੰਨੀ ਆ। ਠੀਕ ਹੈ ਜੀ। ਹੁਣ ਉਹ ਕੀ ਗੱਲ ਕਰ ਰਿਹਾ, ਉਹ ਕਹਿੰਦਾ ਅਬਦੁਲ ਹੈ ਕੋਈ ਬੱਚਾ, ਉਹ ਸਕੂਲ ਜਾ ਰਿਹਾ, ਆਪਾਂ ਨੂੰ ਡਿਸਟੈਂਸ ਗਿਵਨ ਨਹੀਂ ਹੈਗਾ ਤਾਂ ਆਪਾਂ ਡਿਸਟੈਂਸ ਲੈਟ ਕਰ ਲਾਂਗੇ ਉੱਥੇ, ਪਹਿਲਾਂ ਡਾਇਗਰਾਮੈਟਿਕਲੀ ਸਮਝਦੇ ਆ ਉਹ ਚੀਜ਼ ਨੂੰ। ਕਹਿੰਦੇ ਅਬਦੁਲ ਹੈ, ਮੰਨ ਲਓ ਇਹ ਉਹਦਾ ਹਾਊਸ ਹੈ ਅਬਦੁਲ ਦਾ, ਇੱਥੋਂ ਬੇਟਾ ਉਹ ਜਾ ਰਿਹਾ, ਇੱਥੇ ਉਹਦਾ ਸਕੂਲ ਹੈ ਫੋਰ ਐਗਜ਼ਾਮਪਲ। ਠੀਕ ਹੈ। ਸਕੂਲ ਹੈ, ਜਦੋਂ ਬੇਟਾ ਜਾ ਰਿਹਾ ਉਹਦਾ ਗੋਇੰਗ, ਉਹਦੀ ਜਾਣ ਦੀ ਐਵਰੇਜ ਵੈਲੋਸਿਟੀ v ਐਵਰੇਜ फॉर गोइंग इज 20 किलोमीटर पर आवर। ठीक है जी। ਉਹਦੀ ਜਾਣ ਦੀ ਐਵਰੇਜ ਵੈਲੋਸਿਟੀ ਇੰਨੀ ਆ, ਉਹਦੀ ਰਿਟਰਨਿੰਗ ਦੀ ਐਵਰੇਜ ਵੈਲੋਸਿਟੀ ਕਿੰਨੀ ਹੈ v ਐਵਰੇਜ ਆਫ ਰਿਟਰਨ 30 ਕਿਲੋਮੀਟਰ ਪਰ ਆਵਰ। ਹੁਣ ਕਹਿੰਦਾ ਉਹਦੀ ਟੋਟਲ ਐਵਰੇਜ ਵੈਲੋਸਿਟੀ ਕੱਢੋ ਜਾਂਦੇ ਦੀ ਤੇ ਵਾਪਸ ਆਉਂਦੇ, डिस्टेंस सेम है। ठीक है। ਹੁਣ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ, ਤੁਹਾਡੇ ਦਿਮਾਗ 'ਚ ਚੱਲ ਰਿਹਾ ਹੋਊਗਾ ਐਵਰੇਜ ਵੈਲੋਸਿਟੀ ਇਜ਼ ਇਕੁਅਲ ਟੂ v plus u by 2, ਤੁਹਾਡੇ ਦਿਮਾਗ 'ਚ ਇਹ ਆਇਆ ਹੋਊਗਾ v ਐਵਰੇਜ u plus v by 2, है ना। ਬਿਲਕੁਲ ਗਲਤ ਮੈਥਡ। ਕਿਉਂ? ਰੀਜ਼ਨ ਬੇਟਾ ਇਹ ਮੈਥਡ ਸਿਰਫ ਉਦੋਂ ਲੱਗਦਾਗਾ ਜਦੋਂ ਇੱਕ ਪਾਸੇ ਨੂੰ ਆਪਾਂ ਜਾ ਰਹੇ ਹੁੰਦੇ ਆ, ਇੱਥੇ ਵੈਲੋਸਿਟੀ 0 ਹੁੰਦੀ ਆ, ਉੱਥੇ ਕੋਈ ਸਮਥਿੰਗ ਵੈਲੋਸਿਟੀ ਹੁੰਦੀ ਆ, ਬਾਡੀ ਯੂਨੀਫਾਰਮਲੀ ਐਕਸਲਰੇਟ ਕਰ ਰਹੀ ਹੁੰਦੀ ਆ। ਇੱਥੇ ਕੀ ਆ, ਇੱਥੇ ਆਪਾਂ ਜਾ ਵੀ ਰਹੇ ਆ ਵਾਪਸ ਵੀ ਆ ਰਹੇ ਆ। u ਇਜ਼ ਇਨੀਸ਼ੀਅਲ ਵੈਲੋਸਿਟੀ, ਨਾ ਤਾਂ ਆਪਾਂ ਨੂੰ ਇੱਥੇ ਇਨੀਸ਼ੀਅਲ ਵੈਲੋਸਿਟੀ ਪਤਾ, ਨਾ ਆਪਾਂ ਨੂੰ ਇੱਥੇ ਫਾਈਨਲ ਵੈਲੋਸਿਟੀ ਪਤਾ, ਆਪਾਂ ਨੂੰ ਸਿਰਫ ਕੀ ਪਤਾ, ਜਾਣ ਦੀ ਐਵਰੇਜ ਵੈਲੋਸਿਟੀ। ठीक है। असल दे विच जेहड़ी ये वेलोसिटी आई है ना वो 20 ही है, इत्थे 20 किलोमीटर पर आवर है v एवरेज ऑफ गोइंग। ओमी जेहड़ा v एवरेज ऑफ कमिंग बैक है वो की है, वो 30 किलोमीटर पर आवर है। ਆਪਾਂ टोटल जर्नी दी v एवरेज कटनी है ਤਾਂ ਆ ਫਾਰਮੂਲਾ ਲਾ ਦਿਓ ਬੇਟਾ। ठीक है। ਇੱਥੇ ਕੀ ਲੱਗੂ, ਇੱਥੇ ਲੱਗੂ टोटल डिस्टेंस अपॉन टोटल टाइम। ਇੱਥੇ ਕਿਹੜਾ ਫਾਰਮੂਲਾ ਲੱਗਣਾ ਬੇਟਾ ਜੀ, टोटल डिस्टेंस अपॉन टोटल टाइम। ठीक है। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ऑन गोइंग टू स्कूल। एक पार्ट है let the distance is equal to s kilometer, average velocity किलोमीटर पर आवर। ठीक है जी। टाइम पता नहीं क्योंकि मैं फार्मूला लाना टोटल वेलोसिटी अपॉन टोटल टाइम वाला, इथों मैं टाइम कढूंगा बेटा। टाइम की आऊगा उत्तर जी मेरे को v एवरेज इज इक्वल टू वेलोसिटी अपॉन टाइम। डिस्टेंस की हुंदा अपने को की हुंदा टाइम, टाइम पीरियड कढना, वेलोसिटी इज डिस्टेंस अपॉन टाइम। वेलोसिटी कितनी है, वेलोसिटी हैगी अपने को बेटा 20, डिस्टेंस आप s मन्ने सी, टाइम आप इथों फाइंड आउट कर लांगे, टाइम कम टू बी s by 20। ਇਹ ਗੋਇੰਗ ਦਾ ਟਾਈਮ ਆ, ਇਹ ਟਾਈਮ ਕਿਹਦਾਗਾ, ਗੋਇੰਗ ਦਾ, ਜਾਣ ਦਾ ਟਾਈਮ ਆ। ਕਮਿੰਗ ਬੈਕ ਦਾ ਟਾਈਮ ਦੇਖੋ
on coming back. Distance s किलोमीटर, इत्थे टाइम आवर्स च आ जाऊगा, ठीक है, इत्थे टाइम आऊ आवर्स च, ते एवरेज वेलोसिटी या फिर यू कैन से वेलोसिटी 30 किलोमीटर पर आवर। टाइम टेकन अपन पता नहीं, तो टाइम आ जाऊगा बेटा इत्थों s/30 आवर्स, ठीक है। ये दोनों का आप टाइम पीरियड कट लिया, एस आप अज्यूम कर लिया सीगा। हुण आपां की करना, हुण आपां एवरेज वेलोसिटी कढनी आ पूरे ट्रिप की एवरेज वेलोसिटी कढनी है। मैं दोबारे कहना वो गलती ना कर दियो v1 + v2/2, ਉਹਦੇ ਨਾਲ नहीं हो सकता है, ਉਹਦੇ ਨਾਲ ਤਾਂ नहीं हो सकता क्योंकि ये पहले ही एवरेज वेलोसिटी ਦਿੱਤੀਆਂ ਹੋਈਆਂ ਨੇ, फाइनल ਤੇ इनिशियल वेलोसिटी नहीं ਦਿੱਤੀ ਹੋਈ। फाइनल ਤੇ इनिशियल वेलोसिटी बेटा नहीं ਦਿੱਤੀ ਹੋਈ, ਆਪਾਂ ਨੂੰ ਪਹਿਲਾਂ ਹੀ एवरेज वेलोसिटी ਦਿੱਤੀਆਂ ਹੋਈਆਂ ਨੇ। ਤਾਂ ਹੁਣ ਆਪਾਂ ਕਰਦੇ एवरेज वेलोसिटी ऑफ whole trip, total distance upon total time। total distance कितना बेटा, जान दा डिस्टेंस s, वापस आउण दा डिस्टेंस भी s बाय जान दा टाइम कितना सीगा, जान दा टाइम सीगा s/20, वापस आउण दा टाइम की सी s/30। ਇਹਨੂੰ ਸੋਲਵ ਕਰਨਾ ਫਿਰ ਨਿਕਲੇ ਆਪਣੇ ਕੋਲ v ਐਵਰੇਜ ਆਫ ਹੋਲ ਜਰਨੀ। ਚਲੋ ਕਰੀਏ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਇਹਨੂੰ। ਪਹਿਲਾਂ ਆਪਾਂ ਨਿਊਮੀਨੇਟਰ ਦੇਖਦੇ ਹਾਂ। ਨਿਊਮੀਨੇਟਰ ਬੇਟਾ ਕੀ ਹੈ, 2s ਹੈ, ਨਿਊਮੀਨੇਟਰ ਇਜ਼ 2s ਬਾय, ਇੱਥੇ ਥੋੜਾ ਵੱਡੀ ਲਾਈਨ ਲਾ ਦਿਓ, ਠੀਕ ਹੈ, s/20 s/30, s/20 ਐਂਡ s/30, ਠੀਕ ਹੈ ਜੀ। ਤਾਂ ਇੱਥੇ ਆਪਣੇ ਕੋਲ ਕੀ ਆ ਜਾਊਗਾ, एलसीएम लेना पू इन्हां दो दा 20 ਤੇ 30 ਦਾ। ਇਹ ਡਿਨੋਮੀਨੇਟਰ ਨੂੰ ਆਪਾਂ ਅਲੱਗ ਤੋਂ ਸੋਲਵ ਕਰ ਰਹੇ ਹਾਂ, ਨਿਊਮੀਨੇਟਰ ਭੁੱਲ ਜਾਓ ਉੱਪਰੋਂ ਵੀ ਨਿਊਮੀਨੇਟਰ ਹੈਗਾ। ਨਿਊਮੀਨੇਟਰ ਆਪਾਂ ਪਹਿਲਾਂ ਇਹਨੂੰ ਸੋਲਵ ਕਰਕੇ ਫਿਰ ਦੇਖਾਂਗੇ ਵੀ ਨਿਊਮੀਨੇਟਰ ਹੈਗਾ, ਠੀਕ ਹੈ, ਉਹਨੂੰ ਭੁੱਲ ਜਾਓ ਉੱਪਰੋਂ। s/20 + s/30, ਇਹਨਾਂ ਦਾ ਐਲਸੀਐਮ ਆਊਗਾ ਬੇਟਾ 60, 3s + 2s, ठीक है, 5s/60। ਇਹਦਾ मतलब ये सारी चीज की जगह मैं की लिख सकता, 5s/60 लिख सकता, लिख लिया। हुण न्यूमिनेटर नूं देखो, न्यूमिनेटर इज 2s/5s/60। इहनूं किवें सॉल्व करूंगा, आम बच्चे की करते हैं, इत्थे शॉर्टकट मारन की कोशिश करते हैं, तुसीं शॉर्टकट नहीं मारना, तुसीं सिंपल लिखना 2s/5s/60 का मतलब क्या, 2s डिवाइडेड बाय 5s/60। छोटियां क्लासां च आपां ही करदे होने, ਇਹਦਾ मतलब ही डिवीजन ਹੁੰਦਾ ਹੈਗਾ, ठीक है, बाय ਦਾ मतलब डिवीजन। चलो ये ਅੱਗੇ ਕੀ ਹੋ ਜਾਂਦਾ, ਜਦੋਂ ਇੱਥੇ डिवीजन ਹੋਵੇ ਤਾਂ ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰ ਦਾਂਗੇ ਤਾਂ ਇਹ ਚੀਜ਼ ਕੀ ਹੋ ਜਾਂਦੀ ਆ, ਉੱਪਰ ਨੀਚੇ ਹੋ ਜਾਂਦੀ ਆ। 2s * 60/5s, बेसिक मैथमेटिक्स है बेटा। s नाल s कैंसिल आउट हो गए, 12 24 किलोमीटर पर आवर इज द एवरेज वेलोसिटी, ठीक है। देखो ना तो आपां नूं पता सी डिस्टेंस कितना है ना, ना आपां नूं पता सी टाइम कितना है, आपां नूं जस्ट जान दी एवरेज वेलोसिटी पता सी ते वापस आउण दी एवरेज वेलोसिटी पता सी, आपां पूरी जर्नी दी एवरेज वेलोसिटी कढनी सी, ठीक है। ਉਹਦੇ ਲਈ ਆਪਾਂ ਕੀ ਕੀਤਾ, ਫਾਰਮੂਲਾ ਆਪਾਂ ਨੂੰ ਪਤਾ ਐਵਰੇਜ ਵੈਲੋਸਿਟੀ ਦਾ, ਹਰੇਕ ਨੂਮੈਰੀਕਲ ਚ ਆਪਾਂ ਕਿਹੜਾ ਲਾਇਆ, ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਟੋਟਲ ਡਿਸਟੈਂਸ ਆਪਾਂ ਮੰਨ ਲਿਆ s ਜਾਣ ਦਾ, s ਵਾਪਸ ਆਉਣ ਦਾ 2s, ਠੀਕ ਹੈ ਜੀ। ਟਾਈਮ ਟੇਕਨ ਆਪਾਂ ਨੇ ਵੈਲੋਸਿਟੀ ਚੋਂ ਕੱਢ ਲਿਆ, ਠੀਕ ਹੈ, ਵੈਲੋਸਿਟੀ ਵਾਲੇ ਫਾਰਮੂਲਾ ਲਾ ਕੇ ਟਾਈਮ ਟੇਕਨ ਕੱਢ ਲਿਆ, ਤਾਂ ਟੋਟਲ ਟਾਈਮ ਅਪੋਨ ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ ਲਾ ਕੇ ਆਪਾਂ ਐਵਰੇਜ ਵੈਲੋਸਿਟੀ ਫਾਈਂਡ ਆਊਟ ਕਰ ਲਈ। ਦਿਸ ਇਜ਼ ਦਾ ਮੋਸਟ ਇੰਪੋਰਟੈਂਟ, ਇਹ ਪੱਕਾ ਪਾਉਂਦੇ ਨੇ ਪੇਪਰ ਦੇ ਵਿੱਚ, ਕਿਉਂਕਿ ਇਹ ਤੁਹਾਨੂੰ ਭੁਲੇਖਾ ਦਿੰਦਾ ਵੀ ਤੁਸੀਂ ਕੀ ਕਰੋ, ਇਹਦਾ ਐਵਰੇਜ ਪਲੱਸ ਇਹਦੀ ਐਵਰੇਜ ਬਾਈ 2 ਕਰ ਦੋ, ਐਵਰੇਜ ਵੈਲੋਸਿਟੀ ਨਿਕਲੋ, ਉਹ ਗਲਤ ਹੈ, ਉਹ ਬੇਟਾ ਜੀ ਗਲਤ ਹੈ। ਇਹ ਭੁਲੇਖਾ ਪਾਉਂਦਾ ਇਹ ਨੂਮੈਰੀਕਲ ਤੁਹਾਨੂੰ, ਮੈਂ ਤੁਹਾਨੂੰ ਵਾਰ-ਵਾਰ ਕਹਿਣਾ
ਇਸੇ ਤਰ੍ਹਾਂ ਦਾ ਕੋਈ ਵੀ ਨੂਮੈਰੀਕਲ ਤੁਹਾਨੂੰ ਭੁਲੇਖਾ ਪਾਊਗਾ, ਠੀਕ ਹੈ। ਤਾਂ ਆਪਣੇ ਬੇਸਿਕਸ ਨਹੀਂ ਭੁੱਲਣੇ ਵੀ ਐਵਰੇਜ ਵੈਲੋਸਿਟੀ ਦਾ ਇੱਕੋ ਇੱਕ ਫਾਰਮੂਲਾ ਆਪਾਂ ਹਜੇ ਤੱਕ ਯੂਜ਼ ਕੀਤਾ, ਕਿਹੜਾ ਯੂਜ਼ ਕੀਤਾਗਾ, ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ, ਠੀਕ ਹੈ। ਚਲੋ ਜਿਹੜਾ ਦੂਸਰਾ ਨੂਮੈਰੀਕਲ ਹੋਊਗਾ ਨਾ, ਉਹਦੇ ਵਿੱਚ ਬੇਟਾ ਕੀ ਹੋਊਗਾ, ਜਿਹਦੇ ਵਿੱਚ ਆਪਾਂ v + u/2 ਲਾਵਾਂਗੇ, ਉਹਦੇ ਵਿੱਚ ਉਹ ਵੀ ਕੋਈ ਪੁਆਇੰਟ A ਤੋਂ ਸ਼ੁਰੂ ਹੋਇਆ, ਸਟਾਰਟ ਕੀਤਾ, B ਤੇ ਜਾਂਦੇ ਜਾਂਦੇ ਉਹਦੀ ਵੈਲੋਸਿਟੀ 10 ਮੀਟਰ ਪਰ ਸੈਕਿੰਡ ਹੋ ਗਈ, ਇਹਦੀ ਐਵਰੇਜ ਵੈਲੋਸਿਟੀ ਪਤਾ ਕਰੋ। ਜੇ ਉਦੋਂ ਸਟਾਰਟ ਹੋਇਆ ਇੱਥੇ ਸੀ 0 ਮੀਟਰ ਪਰ ਸੈਕਿੰਡ, ਹੁਣ ਇੱਥੇ 0 ਮੀਟਰ ਪਰ ਸੈਕਿੰਡ ਸੀ, ਇੱਥੇ 10 ਮੀਟਰ ਪਰ ਸੈਕਿੰਡ ਆ, ਮਤਲਬ ਉਹਦੀ ਇਨੀਸ਼ੀਅਲ ਵੈਲੋਸਿਟੀ ਸੀ 0 ਮੀਟਰ ਪਰ ਸੈਕਿੰਡ, ਉਹਦੀ ਫਾਈਨਲ ਵੈਲੋਸਿਟੀ ਹੋਈ 10 ਮੀਟਰ ਪਰ ਸੈਕਿੰਡ। ਹੁਣ ਇਹਦੀ ਐਵਰੇਜ ਕੱਢਣੀ ਆਪਾਂ, ਉੱਥੇ ਤਾਂ ਆਪਾਂ ਨੂੰ ਕੋਈ ਫਾਈਨਲ ਤੇ ਇਨੀਸ਼ੀਅਲ ਦਿੱਤਾ ਹੀ ਨਹੀਂ ਹੋਇਆ, ਉੱਥੇ ਆਪਾਂ ਨੂੰ ਪੂਰੀ ਇੱਕ ਜਰਨੀ ਦੀ ਐਵਰੇਜ ਦਿੱਤੀ ਹੋਈ ਆ, ਠੀਕ ਹੈ। ਤਾਂ ਇੱਥੇ ਆਪਾਂ ਉਹ ਫਾਰਮੂਲਾ ਲਾ ਸਕਦੇ ਹਾਂ u + v/2, ਠੀਕ ਹੈ, 0 + 10/2 = 5 ਮੀਟਰ ਪਰ ਸੈਕਿੰਡ। ਸਮਝ ਆ ਰਹੀ ਹੈ ਤੁਹਾਨੂੰ ਗੱਲ? ਕੀ ਫਰਕ ਆ ਇਹ ਸਟੇਟਮੈਂਟ ਤੇ ਉਹ ਸਟੇਟਮੈਂਟ ਦੇ ਵਿੱਚ? ਉਹ ਸਟੇਟਮੈਂਟ ਦੇ ਵਿੱਚ ਜਿਹੜੀ ਆਪਾਂ ਪਿੱਛੇ ਕਰਕੇ ਗਿਆ, ਉਹਦੇ ਵਿੱਚ ਆਪਾਂ ਨੂੰ ਪੂਰੀ ਜਰਨੀ ਦੀ ਹੀ ਐਵਰੇਜ ਵੈਲੋਸਿਟੀ ਦਿੱਤੀ, ਨਾ ਉਹਨੇ ਆਪਾਂ ਨੂੰ ਇਨੀਸ਼ੀਅਲ ਵੈਲੋਸਿਟੀ ਦਿੱਤੀ, ਨਾ ਫਾਈਨਲ ਵੈਲੋਸਿਟੀ ਦਿੱਤੀ। ਐਵਰੇਜ ਵੈਲੋਸਿਟੀ ਦਾ ਇਹ ਫਾਰਮੂਲਾ ਜਸਟ ਉੱਥੇ ਲੱਗੂ ਜਿੱਥੇ ਤੁਹਾਨੂੰ ਇਨੀਸ਼ੀਅਲ ਤੇ ਫਾਈਨਲ ਵੈਲੋਸਿਟੀ ਗਿਵਨ ਹੋਣਗੀਆਂ। ਹੁਣ ਬੇਟਾ ਇਦੋਂ ਚੰਗੀ ਤਰ੍ਹਾਂ ਨਹੀਂ ਮੈਂ ਸਮਝਾ ਸਕਦਾ, ਜੇ ਹਜੇ ਵੀ ਤੁਹਾਨੂੰ ਸਮਝ ਨਹੀਂ ਆਇਆ ਮੈਨੂੰ ਕਾਲ ਕਰ ਲਿਓ, ਮੈਂ ਤੁਹਾਨੂੰ ਸ਼ਾਇਦ ਕਾਲ ਤੇ ਹੋਰ ਚੰਗੀ ਤਰ੍ਹਾਂ ਸਮਝਾ ਸਕਾਂ, ਬਟ ਹੁਣ ਤਾਂ ਆਪਾਂ ਬਹੁਤ ਐਫਰਟਸ ਕਰਦੇ, ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਇਹ ਫਾਰਮੂਲਾ ਕਿਉਂ ਨਹੀਂ ਲਾ ਸਕੇ, ਠੀਕ ਹੈ ਜੀ। ਚਲੋ ਬੇਟਾ ਨੈਕਸਟ ਨੂਮੈਰੀਕਲ ਦੇਖਦੇ ਹਾਂ ਆਪਾਂ। नेक्स्ट न्यूमेरिकल इज बस लास्ट न्यूमेरिकल है, एन आर्टिफिशियल सैटेलाइट इज मूविंग इन सर्कुलर ऑर्बिट ऑफ रेडियस, एन आर्टिफिशियल सैटेलाइट मतलब धरती का कोई सैटेलाइट आ जेड़ा सर्कुलर ऑर्बिट दे विच घूम रहा है, ठीक है, सर्कल दे विच घूम रहा, मतलब आ कोई सर्कल है, ये ऑर्बिट आ धरती है अपनी, इत्थे अर्थ है, इहदे आले दुआले घूम रहा हुआ सैटेलाइट आ, ठीक है। कहंदा artificial satellite is moving in a circular orbit of radius 42250, ਆ ਜਿਹੜਾ ਰੇਡੀਅਸ ਹੈ ਉਹ ਹੈਗਾ 42250 ਕਿਲੋਮੀਟਰ, ਠੀਕ ਹੈ ਜੀ। calculates its speed if it takes 24 hours to revolve around the earth, ਕਹਿੰਦਾ ਇਹਦੀ ਸਪੀਡ ਪਤਾ ਕਰੋ ਵੀ ਇਹ ਕਿੰਨੀ ਸਪੀਡ ਨਾਲ ਘੁੰਮ ਰਿਹਾ ਜੇ 24 ਘੰਟੇ ਦੇ ਵਿੱਚ ਆਪਦੀ ਇੱਕ ਚੱਕਰ ਪੂਰਾ ਕਰ ਦਿੰਦਾ, ਠੀਕ ਹੈ। ਤਾਂ ਪਹਿਲਾਂ ਤਾਂ ਆਪਾਂ ਨੂੰ ਡਿਸਟੈਂਸ ਪਤਾ ਹੋਣਾ ਚਾਹੀਦਾ ਕਿੰਨਾ ਹੈ, ਕਿਉਂਕਿ ਸਪੀਡ ਦਾ ਤਾਂ ਹੀ ਕੱਢਾਂਗੇ ਨਾ, ਡਿਸਟੈਂਸ ਅਪੋਨ ਟਾਈਮ ਕਰਾਂਗੇ, ਟਾਈਮ ਆਪਾਂ ਨੂੰ ਗਿਵਨ, ਠੀਕ ਹੈ ਜੀ। ਤਾਂ ਇੱਥੇ ਆਪਾਂ ਨੇ ਕੱਢਣਾ ਕੀ ਆ, ਵੈਲੋਸਿਟੀ ਕੱਢਣੀ ਆ, ਵੈਲੋਸਿਟੀ ਫਾਈਂਡ ਆਊਟ ਕਰਨੀ ਆ, ਗਿਵਨ ਕੀ ਆ ਆਪਣੇ ਕੋਲ, ਇੱਕ ਤਾਂ ਆਪਣੇ ਕੋਲ ਟਾਈਮ ਗਿਵਨ ਆ 24 ਆਵਰਸ, ਇੱਕ ਆਪਣੇ ਕੋਲ ਰੇਡੀਅਸ ਗਿਵਨ ਆ 42250 ਕਿਲੋਮੀਟਰ, ਬਟ ਆਪਣੇ ਕੋਲ ਤਾਂ ਡਿਸਟੈਂਸ ਚਾਹੀਦਾ ਆ, ਟੋਟਲ डिस्टेंस की सर्कमफेरेंस ऑफ दिस सर्कल, सर्कमफेरेंस तो हम डिस्टेंस फिर की आ जाएगा 2πr लगा देंगे तो बेटा 2 * 22/7 * 42250 किलोमीटर, ठीक है। इनू कैलकुलेट करके थोड़े को की आ रहा बेटा जी, इनू कैलकुलेट करके थोड़े को आ गया 2654, इनू कैलकुलेट करके थोड़े को की आ गया 2654.5 किलोमीटर, ये टोटल डिस्टेंस आ गया, इत्थों तो लेके आ सारा टोटल डिस्टेंस जेड़ा ने कवर किया वो आ गया। टाइम कितना मेरा 24 आवर डिवाइड कर दो 24 नाल, वेलोसिटी निकल आएगी, तो वेलोसिटी इज इक्वल टू दिस डिस्टेंस बाय 24 आवर, किलोमीटर पर आवर दे विच वेलोसिटी निकले तो देखो, ठीक है, s by 24 आवर कर दो, then you will get your answer। ਤਾਂ ਬੇਟਾ ਇਹ ਉਹ ਨੂਮੈਰੀਕਲ ਨੇ ਜਿਹੜੇ ਥੋੜੇ ਟਿਪੀਕਲ ਨੇ, ਤੇ ਬਾਕੀ ਮੈਂ ਤੁਹਾਨੂੰ ਨੂਮੈਰੀਕਲ ਅਸਾਈਨਮੈਂਟ ਦੇ ਵਿੱਚ ਦੇ ਦੂੰਗਾ। ਆਪਣਾ ਇਹ ਚੈਪਟਰ ਕੰਪਲੀਟ ਹੋ ਚੁੱਕਿਆ, ਠੀਕ ਹੈ ਜੀ। ਆਪਣਾ ਮੋਸ਼ਨ ਦਾ ਜਿਹੜਾ ਚੈਪਟਰ ਆ ਉਹਦੇ ਜਿੰਨੇ ਵੀ ਕਨਸੈਪਟ ਸੀ, ਜਿੰਨਾ ਵੀ ਉਹਦੇ ਵਿੱਚ ਸੀਗਾ, ਆਪਾਂ ਸਾਰਾ ਕੁਝ ਕਰ ਲਿਆ ਹੈ। NCERT ਦੇ ਨੂਮੈਰੀਕਲ ਆਪਾਂ ਟਿਪੀਕਲ 1 ਕਰ ਚੁੱਕੇ ਹਾਂ, ਤੇ ਜਿਹੜੇ ਈਜ਼ੀ ਨੇ ਉਹਨਾਂ ਦੇ ਮੈਂ ਤੁਹਾਨੂੰ ਸੋਲੂਸ਼ਨ ਦੇ ਦੂੰਗਾ, ਉਹ ਤੁਹਾਨੂੰ ਆਪ ਹੀ ਸਮਝ ਆ ਜਾਣਗੇ, ਕੋਈ ਇਸ਼ੂ ਵਾਲੀ ਗੱਲ ਨਹੀਂ, ਠੀਕ ਹੈ ਜੀ। ਤਾਂ ਕੱਲ ਤੋਂ ਆਪਾਂ ਨਵਾਂ ਚੈਪਟਰ ਸ਼ੁਰੂ ਕਰਾਂਗੇ, ਠੀਕ ਹੈ ਜੀ। ਤੇ ਬਾਇਓਲੋਜੀ ਦਾ ਚੈਪਟਰ ਹੋਊਗਾ ਉਹ ਸੈੱਲ ਐਂਡ ਇਟਸ ਸਟਰਕਚਰ।
ਤਾਂ ਆਪਾਂ ਉਹਦੀ ਕੱਲ ਤੋਂ ਗੱਲਬਾਤ ਸ਼ੁਰੂ ਕਰਾਂਗੇ। ਥੈਂਕ ਯੂ ਬੇਟਾ, ਅੱਜ ਲਈ ਇੰਨਾ ਹੀ।